प्रोग्राम मेरा पिंड मेरे खेत देख रहे सारे किसान वीरां दा बहुत बहुत स्वागत। किसान वीरो, जदों भी असी खेती विभिन्नता की गल करते हैं, फसली चक्रण नूं बदलण की गल करते हैं, तो साडे कोल बहुत सारे जिहड़े आ उहदे बदलवें हल ने। जे आपां आलू की गल करिए, समुचे पंजाब दे विच और भारत दे विच खास करके दुआबा एरिए विच जिहड़ी इहदी आलू की काश्त की जाती है और समय समय ते विभाग वालों इहदे बारे सहूलतां भी दित्तियां जांदियां, जानकारी भी दित्ती जाती है। साडे अज दे प्रोग्राम का विशा भी कुछ इस तरह का ही है कि हवा विच आलू की काश्त संबंधी तकनीक साडे अज दे प्रोग्राम का यह विशा है। और इस विषय ते गलबात करने लई साडे दरम्यान माहिर मौजूद ने डॉक्टर दमनदीप सिंह जी, जो कि प्रोजेक्ट अफसर ने सेंटर फॉर एक्सीलेंस फॉर पोटैटो धोगड़ी जिला जलंधर दे विच। इन्हां दे नाल अज असीं गलबात करांगे, जाणांगे इन्हां दी राय ते इन्हां दे विभाग वालों इस सेंटर दे विच किसानां दे लई किहड़ियां-किहड़ियां सहूलतां ने। सो डॉक्टर साहब, तुहाडा बहुत बहुत स्वागत है प्रोग्राम दे विच। तो सब तो पहलां डॉक्टर साहब, साडे किसान वीरां नूं इह दस्सो कि जिहड़ा बीज आलू पैदा करन दीयां तकनीकां ने, वो पुराणे ढंगां नालों अलग किहड़ियां ने, पुराणे ढंग किहड़े हुंदे सी? बीज आलू पैदा करन लई जिहड़े पुराणे ढंग सी ਉਹਦੇ ਵਿੱਚ ਬਰੀਡਰ ਬੀਜ ਜਿਹੜਾ ਚੌਥੇ ਸਾਲ ਦੀ ਸਟੇਜ ਜਿਹਨੂੰ ਆਪਾਂ ਕਹਿੰਦੇ ਆ, ਉਹ ਇੱਕੋ ਅਦਾਰਾ ਸੀ ਸ਼ਿਮਲਾ CPRI ਜਾਂ ਉਹਦੇ ਹੋਰ ਜਿਹੜੇ ਐਸੋਸੀਏਟਡ ਸੈਂਟਰ ਹੈਗੇ, ਉਹ ਸਾਨੂੰ ਬਰੀਡਰ ਬੀਜ ਲਿਆ ਕੇ ਦਿੰਦੇ ਸੀ। ਤੇ ਉਸ ਤੋਂ ਫਰਦਰ ਆਪਾਂ ਫਾਊਂਡੇਸ਼ਨ 1 ਫਾਊਂਡੇਸ਼ਨ 2 ਤੇ ਸਰਟੀਫਾਈਡ ਸਟੇਜ ਜਿਹੜੀ ਬਣਾ ਕੇ ਜ਼ਿਮੀਂਦਾਰਾਂ ਨੂੰ ਕੁਆਲਿਟੀ ਬੀਜ ਸਪਲਾਈ ਕਰਦੇ ਸੀ। ਪਰ ਹੁਣ ਜਿਹੜੀਆਂ ਨਵੀਆਂ ਤਕਨੀਕਾਂ ਆਈਆਂ ਆ, ਉਹਦੇ ਵਿੱਚ ਕੀ ਹੈ ਕਿ ਜਿਹੜੀਆਂ ਬਰੀਡਰ ਸੀਡ ਆਪਾਂ ਸ਼ਿਮਲੇ ਤੋਂ ਲਿਆਉਂਦੇ ਸੀ, ਉੱਥੇ ਤੱਕ 4 ਸਾਲ ਆਪਾਂ ਆਪਣਾ ਹੀ ਕੁਆਲਿਟੀ ਬੀਜ ਆਪਣੇ ਪੱਧਰ 'ਤੇ ਤਿਆਰ ਕਰ ਸਕਦੇ ਹਾਂ, ਜਿਹਦੇ ਵਿੱਚ ਕਿ ਇੱਕ ਟਿਸ਼ੂ ਕਲਚਰ ਨਾਂ ਦੀ ਤਕਨੀਕ ਅਤੇ ਇੱਕ ਹਵਾ ਵਿੱਚ ਆਲੂ ਪੈਦਾ ਕਰਨ ਦੀ ਐਰੋਪੋਨਿਕ ਤਕਨੀਕ ਜਿਹੜੀ ਉਹ ਬਹੁਤ ਸਹਾਈ ਹੋ ਰਹੀ ਹੈ। ਜਿਹੜੀ ਟਿਸ਼ੂ ਕਲਚਰ ਤਕਨੀਕ ਹੈਗੀ ਹੈ, ਉਹਦੇ ਵਿੱਚ ਕੀ ਹੈ, CPRI ਸ਼ਿਮਲਾ ਤੋਂ ਆਪਾਂ ਮਾਂ ਬੂਟੇ ਜਿਹੜੇ ਹੈ ਉਹ ਆਪਾਂ ਕੱਚ ਦੀਆਂ ਬੋਤਲਾਂ 'ਚ ਜਾਂ ਟੈਸਟ ਟਿਊਬ ਕਹਿੰਦੇ ਆ, ਉਹਦੇ ਵਿੱਚ ਲਿਆਈਦੇ ਆ ਅਤੇ ਉਹਨਾਂ ਨੂੰ ਸਾਰਾ ਸਾਲ ਗਰਮੀ ਦੇ ਵਿੱਚ ਜਦੋਂ ਬਾਹਰ ਮਿੱਟੀ ਦੇ ਵਿੱਚ ਆਲੂ ਆਪਣੇ ਮੌਸਮ ਨਹੀਂ ਹੁੰਦਾ ਆਲੂ ਦਾ, ਉਦੋਂ ਆਪਾਂ ਟਿਸ਼ੂ ਕਲਚਰ ਲੈਬੋਰਟਰੀ ਦੇ ਵਿੱਚ ਬੂਟਿਆਂ ਨੂੰ ਮਲਟੀਪਲਾਈ ਕਰੀ ਜਾਈਦਾ ਅਤੇ ਉਹ ਜਦੋਂ ਆਲੂ ਦਾ ਸੀਜ਼ਨ ਆਉਣਾ, ਆਪਾਂ ਲੈਬੋਰਟਰੀ ਦੇ ਵਿੱਚੋਂ ਬੂਟੇ ਬਾਹਰ ਕੱਢ ਕੇ ਅਤੇ ਉਹਨਾਂ ਨੂੰ ਐਰੋਪੋਨਿਕ ਯੂਨਿਟ ਦੇ ਵਿੱਚ ਲਗਾਈਦਾ ਅਤੇ ਐਰੋਪੋਨਿਕ ਯੂਨਿਟ ਦੇ ਵਿੱਚ ਹਵਾ ਦੇ ਵਿੱਚ ਆਲੂ ਪੈਦਾ ਕੀਤੇ ਜਾਂਦੇ ਨੇ। ਜੀ ਡਾਕਟਰ ਸਾਹਿਬ, ਬਹੁਤ ਵਧੀਆ ਤਕਨੀਕ ਹੈ ਔਰ ਬੜਾ ਤੁਸੀਂ ਦੱਸ ਰਹੇ ਹੋ ਕਿ ਇਹਦੇ ਬਾਰੇ ਇੱਥੇ ਉਪਰਾਲਾ ਹੋ ਰਿਹਾ। ਜਿਹੜੀ ਇਹ ਟਿਸ਼ੂ ਕਲਚਰ ਤਕਨੀਕ ਤੁਸੀਂ ਦੱਸੀ ਆ, ਵੀ ਇਹਦੀ ਮੇਨ ਵਿਸ਼ੇਸ਼ਤਾ ਕੀ ਹੈ, ਬਾਕੀ ਤਕਨੀਕਾਂ ਨਾਲੋਂ ਇਹ ਵੱਖਰੀ ਕਿਉਂ ਆ? ਜਦੋਂ ਬਾਹਰਲੇ ਮੌਸਮ ਆਪਣੇ ਕੋਲ ਆਲੂ ਦਾ ਨਹੀਂ ਹੈਗਾ, ਉਦੋਂ ਆਪਾਂ ਲੈਬੋਰਟਰੀ ਦੇ ਵਿੱਚ AC ਲਾ ਕੇ ਤਾਪਮਾਨ ਮੇਨਟੇਨ ਕਰਕੇ ਟਿਊਬਾਂ ਦੀ ਰੋਸ਼ਨੀ ਦੇ ਕੇ ਆਲੂ ਦੇ ਬੂਟੇ ਜਿਹੜੇ ਆ ਉਹ ਬਣਾ ਸਕਦੇ ਹਾਂ। ਦੂਸਰੀ ਮੇਨ ਵਿਸ਼ੇਸ਼ਤਾ ਹੈ ਕਿ ਇੱਕ ਬੂਟਾ ਆਪਾਂ ਸ਼ਿਮਲੇ ਤੋਂ ਲਿਆਂਦਾ, ਉਹ ਤੋਂ ਤਕਰੀਬਨ 3 ਜਾਂ 4 ਅੱਖਾਂ ਜਾਂ ਬੱਡ ਆਪਾਂ ਉਹਨੂੰ ਕਹਿੰਦੇ ਆ, ਉਹ ਨਿਕਲ ਆਉਂਦੀਆਂ ਅਤੇ ਉਹ 3-4 ਬੱਡਾਂ ਨੂੰ ਗਾਂਹ ਤੇ ਗਾਂਹ ਜਦੋਂ ਆਪਾਂ 10 ਤੋਂ 12 ਜਨਰੇਸ਼ਨ ਮਲਟੀਪਲਾਈ ਕਰੀਦਾ ਅਤੇ ਇੱਕ ਬੂਟੇ ਤੋਂ ਹਜ਼ਾਰਾਂ ਬੂਟੇ ਜਿਹੜੇ ਆ ਉਹ ਆਫ ਸੀਜ਼ਨ ਦੇ ਵਿੱਚ ਤਿਆਰ ਕੀਤੇ ਜਾ ਸਕਦੇ ਆ। ਅਤੇ ਫਰਦਰ ਜਿਹੜੇ ਉਹ ਬੂਟੇ ਆਪਾਂ ਉਹ ਇੱਕ ਇਹ ਵੀ ਵਿਸ਼ੇਸ਼ਤਾ ਟਿਸ਼ੂ ਕਲਚਰ ਦੀ ਹੈ ਕਿ ਆਪਾਂ ਜਿਹੜਾ ਲੈਬੋਰਟਰੀ ਦੇ ਵਿੱਚ ਕੰਟਰੋਲਡ ਕੰਡੀਸ਼ਨਸ ਦੇ ਵਿੱਚ ਬੂਟਾ ਤਿਆਰ ਕਰਨਾ, ਉਹਦੇ ਵਿੱਚ ਬਿਮਾਰੀ ਦਾ ਕੋਈ ਚਾਂਸ ਨਹੀਂ ਅਤੇ ਪਲੱਸ ਜਿਹੜੀ ਜੀਵਾਣੂ ਦੀ ਸਮੱਸਿਆ ਆਪਣੇ ਬੀਜ ਆਲੂ ਦੇ ਵਿੱਚ ਬਹੁਤ ਆਉਂਦੀ ਹੈ, ਉਹ ਜੀਵਾਣੂ ਰੋਗ ਜਿਹੜਾ ਆਪਾਂ ਟਿਸ਼ੂ ਕਲਚਰ 'ਚ ਬੂਟਾ ਤਿਆਰ ਕੀਤਾ ਉਹਦੇ ਵਿੱਚ ਬਿਲਕੁਲ ਨਹੀਂ ਹੁੰਦਾ। ਅਤੇ ਉਹ ਜਿਹੜੇ ਬੂਟੇ ਤਿਆਰ ਕਰਕੇ ਆਪਾਂ ਟਿਸ਼ੂ ਕਲਚਰ ਦੇ ਵਿੱਚ ਕੁਆਲਿਟੀ ਵਾਲੇ ਆ, ਉਹਨਾਂ ਨੂੰ ਫਰਦਰ ਹਵਾ 'ਚ ਆਲੂ ਲਾਉਣ ਲਈ ਐਰੋਪੋਨਿਕ 'ਚ ਲਗਾਉਂਦੇ ਆ। ਬਹੁਤ ਵਧੀਆ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਹੈ ਐਰੋਪੋਨਿਕ ਤਕਨੀਕ ਦੀ। ਐਰੋਪੋਨਿਕ ਤਕਨੀਕ ਦੇ ਵਿੱਚ ਜਿਹੜਾ ਆਪਾਂ ਬੀਜ ਆਲੂ ਪੈਦਾ ਕਰਨਾ, ਉਹਦੇ ਵਾਸਤੇ ਵਿਸ਼ੇਸ਼ ਜਿਹੜਾ ਢੰਗ ਕਿਹੜਾ ਆ? ਜਿਹੜੇ ਟਿਸ਼ੂ ਕਲਚਰ ਦੇ ਵਿੱਚ ਆਪਾਂ ਪੌਦਾ ਕੱਚ ਦੀਆਂ ਬੋਤਲਾਂ 'ਚ ਪੈਦਾ ਕਰ ਲਿਆ, ਕਿਉਂਕਿ ਉਹ ਬੂਟਾ ਜਿਹੜਾ ਡਾਇਰੈਕਟਲੀ ਬਾਹਰਲੇ ਮੌਸਮ ਦੇ ਵਿੱਚ ਆਪਾਂ ਉਹਨੂੰ ਨਹੀਂ ਲਾ ਸਕਦੇ ਅਤੇ ਇਸ ਕਰਕੇ ਇੱਕ ਐਕਲੀਮੇਟਾਈਜੇਸ਼ਨ ਕਹਿੰਦੇ ਆ, ਹਾਰਡਨਿੰਗ ਕਰਨੀ ਪੈਂਦੀ ਹੈ ਪੌਦਿਆਂ ਦੀ, ਤਾਂ ਕਿ ਅੰਦਰ ਟਿਊਬਾਂ ਵਾਲੀ ਰੋਸ਼ਨੀ AC ਵਾਲੇ ਤਾਪਮਾਨ 'ਚੋਂ ਬੂਟਾ ਆਪਾਂ ਬਾਹਰਲੇ ਮੌਸਮ 'ਚ ਧੁੱਪ 'ਚ ਕੱਢਣਾ, ਤਾਂ ਇੱਕ ਇੰਟਰਮੀਡੀਏਰੀ ਪੀਰੀਅਡ ਹੈਗਾ ਤਾਂ ਕਿ ਉਹ ਬਾਹਰਲੇ ਜਿਹੜੇ ਮੌਸਮ ਦੇ ਹਾਲਾਤ ਆ ਉਹਨੂੰ ਝੱਲਣ ਦੇ ਕਾਬਲ ਹੋ ਜਾਏ। ਉਹਨੂੰ ਹਾਰਡਨਿੰਗ ਯੂਨਿਟ ਦੇ ਵਿੱਚ ਆਪਾਂ ਰੱਖ ਕੇ ਟਰੇਆਂ ਦੇ ਵਿੱਚ ਕੋਕੋਪੀਟ, ਨਾਰੀਅਲ ਦਾ ਬੂਰਾ ਹੁੰਦਾ ਅਤੇ ਵਿੱਚ 2 ਖਾਦਾਂ ਪਰਲਾਈਟ, ਵਰਮੀਕੋਲਾਈਟ ਪਾ ਕੇ ਟਿਸ਼ੂ ਕਲਚਰ ਵਾਲੇ ਬੂਟੇ ਆਪਾਂ ਲਗਾਈਦੇ ਆ। ਉਹਦੇ ਵਿੱਚ ਤਕਰੀਬਨ 15 ਦਿਨ ਆਪਾਂ ਉਹਨੂੰ ਉੱਥੇ ਕੰਟਰੋਲਡ ਤਾਪਮਾਨ 'ਤੇ ਸੂਰਜ ਦੀ ਰੋਸ਼ਨੀ ਉਹ ਹਾਈਟੈਕ ਪੋਲੀ ਹਾਊਸ ਦੇ ਵਿੱਚ ਉਹਨੂੰ ਰੱਖੀਦਾ। ਜਦੋਂ ਉਹ ਬਾਹਰਲਾ ਤਾਪਮਾਨ ਝੱਲਣ ਦੇ ਕਾਬਲ ਹੋ ਜਾਂਦਾ, ਫਿਰ ਆਪਾਂ ਉਸ ਬੂਟੇ ਨੂੰ ਕੱਟ ਕੇ ਅਤੇ ਐਰੋਪੋਨਿਕ ਯੂਨਿਟ ਦੇ ਵਿੱਚ ਲਗਾ ਦਿੰਦੇ ਹਾਂ। ਐਰੋਪੋਨਿਕ ਯੂਨਿਟ ਕੀ ਹੈ? ਹਵਾ 'ਚ ਪੈਦਾ ਕਰਨ ਦੀ ਤਕਨੀਕ। ਇੱਕ ਸਲੈਬ ਹੈ
ਉਹਦੇ ਵਿੱਚ ਥੱਲੇ ਇੱਕ ਚੈਂਬਰ ਬਣਿਆ ਹੋਇਆ ਜਿਹਦੇ ਵਿੱਚ ਆਪਾਂ ਨਿਊਟਰੀਐਂਟ ਹੈ ਉਹਨਾਂ ਨੂੰ ਸਪਰੇਅ ਦੇ ਤੌਰ ਤੇ ਜੜ੍ਹਾਂ ਨੂੰ ਦਿੰਦੇ ਆ ਬੂਟੇ ਦੀਆਂ, ਤੇ ਥੱਲੇ ਕੋਈ ਮਿੱਟੀ ਜਾਂ ਪਾਣੀ ਉਹਦੇ ਵਿੱਚ ਜੜ੍ਹਾਂ ਨਹੀਂ ਹੁੰਦੀਆਂ, ਸਿਰਫ ਉਹਨੂੰ ਸਪਰੇਅ ਦੇ ਰਾਹੀਂ ਹੀ ਨਿਊਟਰੀਐਂਟ ਜਿਹੜੇ ਤੱਤ ਹੈਗੇ ਉਹ ਦਿੱਤੇ ਜਾਂਦੇ ਆ। ਤੇ ਇਸੇ ਤਰ੍ਹਾਂ ਉਹ ਸਲੈਬ ਦੇ ਵਿੱਚ ਸ਼ੇਕ ਕਰਕੇ ਜਿਹੜਾ ਆਪਾਂ ਟਿਸ਼ੂ ਕਲਚਰ ਵਾਲਾ ਬੂਟਾ ਕੱਟ ਕੇ ਲਗਾਉਂਦੇ ਆ, ਬੂਟੇ ਦੀ ਬੇਲ ਜਿਹੜੀ ਹੈ ਉੱਪਰ ਹਵਾ ਦੇ ਵਿੱਚ ਵੱਧਦੀ ਜਾਂਦੀ ਹੈ ਤੇ ਜੜ੍ਹਾਂ ਜਿਹੜੀਆਂ ਥੱਲੇ ਉਹ ਹਵਾ ਦੇ ਵਿੱਚ ਵੱਧਦੀਆਂ ਜਾਂਦੀਆਂ। ਤੇ ਜਦੋਂ ਉਹ ਬੂਟਾ ਆਲੂ ਦੇਣ ਦੇ ਕਾਬਲ ਹੋ ਜਾਂਦਾ ਉਹਨੂੰ ਛੋਟੇ ਛੋਟੇ ਸਟੋਲਨ ਨਿਕਲ ਆਉਂਦੇ ਆ ਤੇ ਗਾਂ ਆਲੂ ਬਣਦੇ ਆ। ਆਪਾਂ ਬੂਟੇ ਦੀਆਂ ਟਰੇਆਂ ਜਿਹੜੀਆਂ ਉੱਪਰ ਚੱਕ ਕੇ ਉਹਨੂੰ ਨਾਲ ਦੀ ਨਾਲ ਤੁੜਾਈ ਕਰ ਸਕਦੇ ਹਾਂ। ਜੇ ਆਪਾਂ ਬਾਹਰਲੀ ਖੇਤਾਂ ਵਾਲੀ ਫਸਲ ਦੀ ਗੱਲ ਕਰੀਏ ਤਾਂ ਤਕਰੀਬਨ ਇੱਕ ਬੂਟੇ ਦੇ ਵਿੱਚ 5 7 8 ਵੈਰਾਈਟੀ ਵਾਈਜ਼ ਇੰਨੇ ਕੁ ਆਲੂ ਪੈਂਦੇ ਆ, ਪਰੰਤੂ ਜਿਹੜਾ ਇਹ ਹਵਾ 'ਚ ਆਪਾਂ ਆਲੂ ਪੈਦਾ ਕਰਨਾ ਇਹਦੇ 'ਚ ਤਕਰੀਬਨ ਇੱਕ ਬੂਟੇ ਤੋਂ 50 60 ਆਲੂ ਵੀ ਤੋੜੇ ਜਾ ਸਕਦੇ ਆ। ਤੇ ਪਰ ਇਹਦੀ ਵਿਸ਼ੇਸ਼ਤਾ ਇਹ ਹੈ ਕਿ ਛੋਟੇ ਆਲੂ ਆਪਾਂ ਤੋੜਾਂਗੇ, ਇੱਕ ਤਾਂ ਉਹ ਜੀਵਾਣੂ ਰਹਿਤ ਹੋਣਗੇ, ਦੂਸਰੀ ਗੱਲ ਕਿ ਨਿੱਕੇ ਆਲੂ ਦਾ ਨੰਬਰ ਜਿੰਨਾ ਸਾਡੇ ਕੋਲ ਜ਼ਿਆਦਾ ਹੋਏਗਾ, ਅਗਲੇ ਸਾਲ ਜਦੋਂ ਆਪਾਂ ਬਾਹਰ ਆਲੂ ਲਾ ਕੇ ਉਹਦਾ ਬੀਜ ਮਲਟੀਪਲਾਈ ਕਰਨਾ ਤੇ ਉਨਾ ਜ਼ਿਆਦਾ ਸਾਡੇ ਕੋਲ ਪੈਦਾ ਹੋ ਸਕਦਾ। ਤੇ ਤੀਸਰੀ ਗੱਲ ਕਿ ਸਾਨੂੰ ਜ਼ਿਆਦਾ ਟਨੇਜ ਦੇ ਵਿੱਚ ਬਾਹਰੋਂ ਸ਼ਿਮਲੇ ਤੋਂ ਜਾਂ ਹੋਰ ਸੈਂਟਰਾਂ ਤੋਂ ਆਪਣਾ ਆਲੂ ਬੀਜ ਜਿਹੜਾ ਕੈਰੀ ਕਰਨ ਦੀ ਲੋੜ ਨਹੀਂ ਪੈਂਦੀ। ਹਵਾ ਦੇ ਵਿੱਚ ਆਪਾਂ ਕਾਸ਼ਤ ਕਰ ਰਹੇ ਹਾਂ, ਸਪਰੇਅ ਦੇ ਰਾਹੀਂ ਉਹਨੂੰ ਤੱਤ ਦੇ ਰਹੇ ਹਾਂ ਸਾਰੇ, ਕਿ ਸੋਇਲ ਮੀਡੀਆ ਆਪਾਂ ਯੂਜ਼ ਨਹੀਂ ਕਰ ਰਹੇ। ਬਿਲਕੁਲ। ਤੁਸੀਂ ਡਾਕਟਰ ਸਾਹਿਬ ਗੱਲ ਕੀਤੀ ਤਕਨੀਕਾਂ ਦੇ ਵਿੱਚ G012, ਇਹ 012 ਇਹ ਕੀ ਚੀਜ਼ ਹੈ? ਜਿਹੜੇ ਆਪਾਂ ਐਰੋਪੋਨਿਕ ਜਿਹੜੀ ਮੈਂ ਤਕਨੀਕ ਦੱਸੀ ਹੈ ਇਹਦੇ ਵਿੱਚ ਛੋਟੇ ਆਪਾਂ ਆਲੂ ਜਿਹੜੇ ਤਕਰੀਬਨ 2 ਤੋਂ 3 ਗ੍ਰਾਮ ਦੇ ਆਲੂ ਆਪਾਂ ਜੜ੍ਹਾਂ ਤੋਂ ਬੂਟਿਆਂ 'ਤੇ ਤੋੜੀਦੇ ਆ, ਇਹਨਾਂ ਨੂੰ ਆਪਾਂ ਕਹਿੰਦੇ ਆ G0 ਜਨਰੇਸ਼ਨ 0 ਦਾ ਆਲੂ। ਇਹ ਜਨਰੇਸ਼ਨ 0 ਦਾ ਆਲੂ ਜਿਹੜਾ ਹੈਗਾ ਇਹ ਆਪਾਂ ਅਗਲੇ ਸਾਲ ਕੋਲਡ ਸਟੋਰ ਦੇ ਵਿੱਚ ਆਪਾਂ ਹਰੇ ਕਰਕੇ ਸਟੋਰ ਕਰ ਦੇਣਾ। ਅਗਲੇ ਸਾਲ ਜਦੋਂ ਆਲੂ ਦੀ ਬਿਜਾਈ ਦਾ ਮੌਸਮ ਆਉਂਦਾ ਤਾਂ ਆਪਾਂ ਇਹਨੂੰ ਜਾਲੀਦਾਰ ਘਰਾਂ ਦੇ ਵਿੱਚ, ਜਿਹਨੂੰ ਇਨਸੈਕਟ ਨੈਟ ਹਾਊਸ ਵੀ ਕਿਹਾ ਜਾਂਦਾ, ਉਹਦੇ ਵਿੱਚ ਲਾਈਦਾ, ਤਾਂ ਜੋ ਬਾਹਰੋਂ ਜਿਹੜਾ ਤੇਲਾ ਜਾਂ ਚਿੱਟੀ ਮੱਖੀ ਦਾ ਜਿਹੜਾ ਇਹਦੇ ਤੇ ਉਹ ਹਮਲਾ ਨਾ ਹੋਵੇ ਤੇ ਜਿਹੜਾ ਬਾਹਰਲੇ ਖੇਤਾਂ ਵਿੱਚ ਹੋਰ ਆਲੂ ਪੁਰਾਣਾ ਆਪਣਾ ਲੱਗਾ ਆ ਉਹਦੇ ਤੋਂ ਜੀਵਾਣੂ ਰੋਗ ਆ ਜਿਹੜਾ ਗਾਂ ਤੇ ਗਾਂ ਇਸ ਬੀਜ ਦੇ ਵਿੱਚ ਨਾ ਮਲਟੀਪਲਾਈ ਹੋਵੇ। ਇੱਕ ਸਾਲ ਉਹਦੇ ਵਿੱਚ ਆਪਾਂ ਜਦੋਂ ਨੈਟ ਹਾਊਸ ਦੇ ਵਿੱਚ ਲਾਵਾਂਗੇ, ਇਹ G0 ਨੂੰ ਲਾਇਆ ਤੇ ਇਹ ਤੋਂ ਜਿਹੜਾ ਆਲੂ ਪੈਦਾ ਹੋਣਾ ਉਹਨੂੰ ਆਪਾਂ ਅਗਲੀ ਜਨਰੇਸ਼ਨ G1 ਜਨਰੇਸ਼ਨ 1 ਉਹਨੂੰ ਆਪਾਂ ਕਵਾਂਗੇ। ਇਸੇ ਤਰ੍ਹਾਂ ਉਹ ਜਿਹੜੀ ਜਨਰੇਸ਼ਨ 1 ਆਈ ਆ ਉਹਨੂੰ ਫਿਰ ਆਪਾਂ ਕੋਲਡ ਸਟੋਰ ਦੇ ਵਿੱਚ ਸਟੋਰ ਕਰ ਦੇਣਾ ਤੇ ਅਗਲੇ ਸਾਲ ਜਦੋਂ ਦੁਬਾਰਾ ਆਲੂ ਦਾ ਸੀਜ਼ਨ ਆਉਣਾ ਤਾਂ ਬਾਹਰਲੇ ਖੇਤਾਂ ਦੇ ਵਿੱਚ ਲਾਉਣਾ। ਉੱਥੇ ਆਪਾਂ ਬਾਹਰਲੇ ਖੇਤਾਂ 'ਚ ਫਿਰ G1 ਲਾਇਆ ਤੇ ਉੱਥੋਂ ਜਿਹੜਾ ਪੈਦਾ ਹੋਏਗਾ ਉਹਨੂੰ ਜਨਰੇਸ਼ਨ 2 ਕਹਿੰਦੇ ਆ, G2। ਇਸੇ ਤਰ੍ਹਾਂ ਉਸ ਤੋਂ ਅਗਲੇ ਸਾਲ ਜਿਹੜਾ G2 ਤੋਂ G3 ਜਿਹੜਾ ਉਹ ਪੈਦਾ ਕੀਤਾ ਜਾਂਦਾ। ਸੋ ਡਾਕਟਰ ਸਾਹਿਬ ਇਹ ਬਹੁਤ ਵਧੀਆ ਕਿ ਜਿਹੜੀ ਆ G1 ਜਿਹੜਾ ਤੁਸੀਂ ਦੱਸਿਆ, G2 ਔਰ G0 ਇਸ ਤਰ੍ਹਾਂ ਦੀ ਜਿਹੜੀਆਂ ਤਕਨੀਕ ਸਾਡੇ ਕੋਲ ਆ ਗਈਆਂ ਨੇ। ਹੁਣ ਤੁਸੀਂ ਆਪਣੇ ਸੈਂਟਰ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਆ ਆਲੂ ਦਾ ਬੀਜ ਦੇ ਰਹੇ ਹੋ। ਇੱਕ ਢੁਕਵਾਂ ਸਵਾਲ ਹੈ ਵੀ ਕਿਸਾਨ ਆਮ ਤੌਰ 'ਤੇ ਇਸ ਚੀਜ਼ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਵੀ ਇੱਕ ਸਰਟੀਫਾਈਡ ਬੀਜ ਹੈ ਜਿਹਨੂੰ ਆਪਾਂ ਕਹਿੰਦੇ ਜੀ ਇਹ ਪ੍ਰਮਾਣਸ਼ੁਦਾ ਜਿਹੜਾ ਬੀਜ ਹੈਗਾ, ਤੇ ਇੱਕ ਜਿਹੜਾ ਅਨਸਰਟੀਫਾਈਡ ਬੀਜ ਹੈ, ਇਹਦਾ ਕੀ ਫਰਕ ਕੀ ਹੈ ਦੋਨਾਂ ਦੇ ਵਿੱਚ? ਕਿੱਦਾਂ ਪਤਾ ਲੱਗੇ ਕਿਸਾਨ ਨੂੰ? ਪੰਜਾਬ ਸਰਕਾਰ ਦਾ ਹੀ ਇੱਕ ਮਹਿਕਮਾ ਕੰਮ ਕਰ ਰਿਹਾ, ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ, ਜਿਹੜਾ ਕਿ ਖਾਸ ਤੌਰ ਤੇ ਵੱਖ-ਵੱਖ ਫਸਲਾਂ ਦੇ ਬੀਜ ਨੂੰ ਸਰਟੀਫਾਈ ਕਰਨ ਲਈ ਹੀ ਬਣਿਆ ਹੋਇਆ। ਸਰਟੀਫਿਕੇਸ਼ਨ ਦਾ ਹੁਣ ਮਤਲਬ ਕੀ ਹੈ ਕਿ ਜਿਹੜਾ ਸਰਟੀਫਾਈਡ ਆਲੂ ਦਾ ਬੀਜ ਹੋਵੇ ਜਾਂ ਕਿਸੇ ਫਸਲ ਦਾ ਵੀ ਹੋਵੇ, ਉਹਦੇ ਵਿੱਚ ਉਹਦੀ ਗੁਣਵੱਤਾ ਤੇ ਪਿਓਰਿਟੀ ਜਿਹੜੀ ਹੈ ਕਿ ਉਹ ਉਸੇ ਕਿਸਮ ਦਾ ਬੀਜ ਹੈਗਾ ਤੇ ਇੱਕ ਉਹ ਵਾਇਰਸ ਜਾਂ ਬਿਮਾਰੀਆਂ ਤੋਂ ਜਾਂ ਹੋਰ ਕੀੜੇ ਮਕੌੜਿਆਂ ਦੇ ਅਟੈਕ ਤੋਂ ਫ੍ਰੀ ਹੈਗਾ, ਉਹਦੀ ਇੱਕ ਮਾਨਤਾ ਰੱਖਣ ਲਈ, ਉਹਦੀ ਕੁਆਲਿਟੀ ਮੇਨਟੇਨ ਕਰਨ ਲਈ ਇਹ ਸੰਸਥਾ ਕੰਮ ਕਰਦੀ ਹੈ। ਇਹ ਸਰਟੀਫਿਕੇਸ਼ਨ 'ਚ ਕੀ ਹੈ ਕਿ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਕੋ ਆਪਾਂ ਆਪਣਾ ਖੇਤ ਹਰੇਕ ਫਸਲ ਦਾ ਉਹ ਆਪਾਂ ਮੰਨ ਲਓ ਆਪਾਂ ਬਰੀਡਰ ਬੀਜ ਜਾਂ ਕਿਸੇ ਕਿਸਾਨ ਵੀਰ ਨੇ ਸਾਡੇ ਕੋਲ ਫਾਊਂਡੇਸ਼ਨ 1 ਜਾਂ ਫਾਊਂਡੇਸ਼ਨ 2 ਜਾਂ ਸਰਟੀਫਾਈਡ ਬੀਜ ਖਰੀਦਿਆ ਹੈਗਾ, ਉਹ ਆਪਣਾ ਖੇਤ ਵਿੱਚ ਲਗਾ ਕੇ ਇਸ ਸੰਸਥਾ ਕੋਲ ਆਪਣਾ ਰਕਬਾ ਜਿਹੜਾ ਰਜਿਸਟਰ ਕਰਵਾਵੇ ਤਾਂ ਇਹ ਸੰਸਥਾ ਵੱਖ-ਵੱਖ ਕ੍ਰੌਪ ਦੀਆਂ ਸਟੇਜਾਂ ਤੇ ਸਾਡੇ ਖੇਤਾਂ ਦੇ ਵਿੱਚ ਆਣ ਕੇ ਵਿਜ਼ਿਟ ਕਰੇਗੀ ਤੇ ਤੁਹਾਡੀ ਕੁਆਲਿਟੀ ਜਿਹੜੀ ਆ ਉਹ ਚੈੱਕ ਕੀਤੀ ਜਾਏਗੀ ਕਿ ਇਹਦੇ 'ਚ ਬਿਮਾਰੀ ਤਾਂ ਨਹੀਂ ਆ ਰਹੀ, ਕੋਈ ਹੋਰ ਕੀਟ ਦਾ ਹਮਲਾ ਤਾਂ ਨਹੀਂ ਹੋ ਰਿਹਾ। ਉਸ ਤੋਂ ਸੁਜੈਸਟ ਕਰਨਗੇ ਕਿ ਆਪਾਂ ਇਹਦੀ ਰੋਕਥਾਮ ਲਈ ਕੀ ਸਪਰੇਆਂ ਕਰਨੀਆਂ ਜਾਂ ਆਪਾਂ ਖੇਤ ਵਿੱਚੋਂ ਬੂਟੇ ਕੱਢਣੇ ਆ ਤਾਂ ਜੋ ਜਿਹੜਾ ਇਸ ਤੋਂ ਗਾਂਹ ਪੈਦਾ ਹੋਣਾ ਬੀਜ ਉਹਦੀ ਕੁਆਲਿਟੀ ਮੇਨਟੇਨ ਕੀਤੀ ਜਾ ਸਕੇ। ਜਿਹੜਾ ਇਸ ਤਰ੍ਹਾਂ ਰਜਿਸਟਰ ਕਰਕੇ ਰਕਬਾ ਆਪਾਂ ਬੀਜ ਪੈਦਾ ਕੀਤਾ ਹੋਏਗਾ ਉਹਨੂੰ ਕਹਿੰਦੇ ਆਪਾਂ ਸਰਟੀਫਾਈਡ ਬੀਜ, ਤੇ ਬਕਾਇਦਾ ਸਰਟੀਫਾਈਡ ਬੀਜ ਨੂੰ ਇਸੇ ਸੰਸਥਾ ਵੱਲੋਂ ਅਖੀਰ ਤੇ ਪੈਕ ਕਰਨ ਸਮੇਂ ਟੈਗ ਲਗਾਏ ਜਾਂਦੇ ਆ ਕਿ ਇਹ ਸਰਟੀਫਾਈਡ ਬੀਜ ਹੈ, ਇਹਦੀ ਕੁਆਲਿਟੀ ਆ ਪਿਓਰਿਟੀ ਇੰਨੀ ਹੈਗੀ ਆ, ਤਾਂ ਜੋ ਇਹ ਦੂਸਰੇ ਆਲੂ ਖਾਣ ਵਾਲੇ ਦੇ ਨਾਲ ਬੀਜ ਆਲੂ ਮਿਕਸ ਨਾ ਹੋਵੇ। ਤੇ ਦੂਸਰੀ ਗੱਲ, ਬੀਜ ਆਲੂ ਜਿਹੜੀ ਇਹ ਕੀਮਤ ਵਧੀਆ ਐਜ਼ ਏ ਸੀਡ ਹੀ ਇਹ ਸੇਲ ਕੀਤਾ ਜਾ ਸਕਦਾ।
ਤਾਂ ਸਭ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਗੁਣਵੱਤਾ ਆ, ਕੁਆਲਿਟੀ ਪੈਰਾਮੀਟਰਸ ਆ, ਜਦੋਂ ਵੀ ਆਪਾਂ ਸਰਟੀਫਾਈਡ ਉਹ ਸੀਡ ਨੂੰ ਦੇਣਾ ਹੈ ਕਿਸਾਨਾਂ ਨੂੰ, ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ। ਹੁਣ ਇਹ ਦੱਸੋ ਵੀ ਜਦੋਂ ਆਪਾਂ ਫਸਲੀ ਜਿਹੜੀ ਆ ਆਲੂ ਦੀ ਫਸਲ ਦੇ ਵਾਸਤੇ ਆਪਾਂ ਬੀਜ ਤਿਆਰ ਕਰਨਾ ਜਾਂ ਆਪਾਂ ਉਹ ਫਸਲ ਤਿਆਰ ਕਰਨੀ ਆਲੂ ਦੀ, ਉਹਦੇ ਵਾਸਤੇ ਆਪਾਂ ਵੀ ਖਾਦਾਂ ਦੀ ਮਾਤਰਾ ਕਿੰਨੀ ਕੁ ਰੱਖਣੀ ਆ, ਕਿਹੜੀਆਂ ਕਿਸਮਾਂ ਰੱਖਣੀਆਂ, ਵੀ ਆਮ ਰੁਝਾਨ ਆ ਵੀ ਆਪਾਂ ਫਲੱਡ ਇਰੀਗੇਸ਼ਨ ਵੀ ਕਰਦੇ ਆ, ਕੀ ਕੋਈ ਡ੍ਰਿਪ ਇਰੀਗੇਸ਼ਨ ਦਾ ਵੀ ਇਹਦੇ ਵਿੱਚ ਕੋਈ ਫਾਇਦਾ ਹੈ, ਇਹਦੇ ਬਾਰੇ ਜ਼ਰੂਰ ਦੱਸੋ ਕਿਸਾਨਾਂ ਨੂੰ। ਜਿਹੜੀ ਤਾਂ ਕਿਸਮਾਂ ਦੀ ਤੁਸੀਂ ਗੱਲ ਕੀਤੀ ਹੈ, ਸਭ ਤੋਂ ਵੱਧ ਪ੍ਰਚਲਿਤ ਕਿਸਮ ਆਪਣੇ ਕੁਫਰੀ ਪੁਖਰਾਜ ਹੀ ਚੱਲ ਰਹੀ ਹੈ, ਜਿਹੜੀ ਆਪਣੀ ਰਾਜ ਦੀ ਮੁੱਖ ਕ੍ਰੌਪ ਦੇ ਵਿੱਚ। ਇਹਦੇ ਤਕਰੀਬਨ ਟੋਟਲ ਆਲੂ ਦਾ ਜਿਹੜਾ ਰਕਬਾ, ਉਹਦੇ ਚੋਂ ਤਕਰੀਬਨ 50% ਰਕਬਾ ਇਸ ਕੁਫਰੀ ਪੁਖਰਾਜ ਦੇ ਅੰਡਰ ਹੀ ਹੈਗਾ। ਤੇ ਦੂਸਰੀ ਜਿਹੜੀ ਮੇਜਰ ਕਿਸਮ ਉਹ ਕੁਫਰੀ ਜੋਤੀ ਹੈ, ਜਿਹਦੇ ਅਧੀਨ ਤਕਰੀਬਨ 20% ਦਾ ਰਕਬਾ ਹੈ। ਤੇ ਹੁਣ ਇੱਕ ਨਵੀਂ ਕਿਸਮ ਹੋਰ ਜ਼ਿਆਦਾ ਪ੍ਰਚਲਿਤ ਹੋ ਰਹੀ ਹੈ, ਕੁਫਰੀ ਹਿਮਾਲਣੀ ਦੇ ਨਾਂ ਤੋਂ, ਜਿਹੜਾ ਕਿ ਜੋਤੀ ਤੋਂ ਇਹਦਾ ਬਦਲ ਦੱਸਿਆ ਜਾ ਰਿਹਾ, ਕਿਉਂਕਿ ਜੋਤੀ ਬੀਜ ਜਿਹੜਾ ਆਪਣੇ ਇੱਥੇ ਜਦੋਂ ਜ਼ਿਆਦਾ ਸਾਈਜ਼ ਵੱਧ ਜਾਂਦਾ ਸੀ ਤੇ ਉਹਦੇ 'ਚ ਥੋੜ੍ਹੀ ਬਹੁਤੀ ਕ੍ਰੈਕਿੰਗ ਦੀ ਪ੍ਰੋਬਲਮ ਆਉਂਦੀ ਸੀ। ਤੇ ਜੇ ਆਪਾਂ ਖਾਦਾਂ ਦੀ ਗੱਲ ਕਰੀਏ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਜੋ ਸਿਫਾਰਸ਼ਾਂ ਨੇ, ਉਹਦੇ ਹਿਸਾਬ ਨਾਲ ਤਕਰੀਬਨ 165 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰ ਫਾਸਫੇਟ ਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਜਿਹੜੀ ਹੈ ਪ੍ਰਤੀ ਏਕੜ ਜਿਹੜੀ ਆਪਾਂ ਆਲੂ ਦੀ ਫਸਲ ਨੂੰ ਪਾਉਣੀ ਹੈ। ਤੇ ਜਿਹੜਾ ਯੂਰੀਆ, ਅੱਧਾ ਯੂਰੀਆ ਜੀ, ਸਿੰਗਲ ਸੁਪਰ ਫਾਸਫੇਟ ਪੂਰੀ, ਮਿਊਰੇਟ ਆਫ ਪੋਟਾਸ਼ ਵੀ ਪੂਰੀ, ਇਹ ਆਪਾਂ ਬਜਾਈ ਸਮੇਂ ਪਾਉਣੀ ਹੈ। ਤੇ ਜਿਹੜੀ ਅੱਧਾ ਯੂਰੀਆ ਬਚ ਗਿਆ, ਉਹ ਆਪਾਂ 25 ਤੋਂ 30 ਦਿਨਾਂ ਬਾਅਦ ਜਦੋਂ ਆਲੂਆਂ ਦੀ ਬਣਾਈ ਕਰਦੇ ਹਾਂ, ਮਿੱਟੀ ਚੜਾਉਂਦੇ ਹਾਂ, ਉਦੋਂ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ। ਇਸ ਦੇ ਨਾਲ ਹੀ ਇੱਕ ਯੂਨੀਵਰਸਿਟੀ ਵੱਲੋਂ ਹੋਰ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਆਲੂ ਦੀ ਬਿਜਾਈ ਵਾਲੇ ਜਿਹੜੇ ਖੇਤ ਹੈ, ਉਹਨਾਂ ਦੇ ਵਿੱਚ 20 ਟਨ ਫਾਰਮ ਯਾਰਡ ਮੈਨਿਓਰ ਰੂੜੀ ਜਾਂ ਆਪਾਂ ਗ੍ਰੀਨ ਮੈਨਿਓਰ, ਹਰੀ ਖਾਦ ਜਿਹਨੂੰ ਆਪਾਂ ਕਹਿੰਦੇ ਆ, ਢੈਂਚਾ ਹੋ ਜਾਏ, ਜੰਤਰ ਜਿਹਨੂੰ ਕਹਿੰਦੇ ਆ, ਜਾਂ ਫਿਰ ਸਨ ਹੈਂਪ ਜਿਹੜਾ ਸਣ ਹੁੰਦਾ ਹੈ, ਉਹਦੀ ਵਹਾਈ 20 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਕੇ ਤਾਂ ਉਹਦੇ ਵਿੱਚ ਰਲਾ ਸਕਦੇ ਹਾਂ, ਜਿਹਦੇ ਨਾਲ ਬੀਜ ਆਲੂ ਜਾਂ ਆਲੂ ਦੀ ਕੁਆਲਿਟੀ ਜਿਹੜੀ ਹੈ ਉਹ ਬਹੁਤ ਉੱਤਮ ਦੀ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਆਪਾਂ ਖੁੱਲਾ ਪਾਣੀ ਨਾ ਲਾਈਏ ਤੇ ਆਪਾਂ ਜਾਂ ਤੁਪਕਾ ਸਿੰਚਾਈ ਦੀ ਵਰਤੋਂ ਕੀ ਆਪਾਂ ਆਲੂ 'ਚ ਕਰ ਸਕਦੇ ਹਾਂ। ਬਿਲਕੁਲ, ਤੁਪਕਾ ਸਿੰਚਾਈ ਲਈ ਵੀ ਪੰਜਾਬ ਖੇਤੀਬਾੜੀ ਦੀਆਂ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਆਪਣੇ ਕੋਲ ਹੈਗੀਆਂ, ਜਿਹਦੇ ਵਿੱਚ ਯੂਰੀਆ ਜਿਹੜਾ ਉਹ ਘੁਲਣਸ਼ੀਲ ਹੈਗਾ, ਇਸੇ ਕਰਕੇ ਉਹਨੂੰ ਲਿਕੁਇਡ ਫਰਟੀਲਾਈਜ਼ਰ ਦੇ ਤੌਰ ਤੇ ਵੀ ਯੂਜ਼ ਕੀਤਾ ਜਾਂਦਾ। ਤੇ ਦੂਸਰੀ ਜਿਹੜੀ ਆਪਣੀ ਖਾਦ ਸਿੰਗਲ ਸੁਪਰ ਫਾਸਫੇਟ ਹੈ, ਉਹਦੇ ਹੀ ਥਾਂ ਤੇ ਘੁਲਣਸ਼ੀਲ ਜਿਹੜੀ ਹੈ ਮੋਨੋ ਅਮੋਨੀਅਮ ਫਾਸਫੇਟ 1261 ਆਉਂਦੀ ਹੈ, ਉਹਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਮਿਊਰੇਟ ਆਫ ਪੋਟਾਸ਼ ਜਿਹੜੀ ਖੁੱਲੇ ਖੇਤਾਂ 'ਚ ਆਪਾਂ ਗੁਲਾਬੀ ਵਰਤਦੇ ਹਾਂ, ਉਹਦੀ ਜਗ੍ਹਾ ਤੇ ਇੱਕ ਚਿੱਟੀ ਮਿਊਰੇਟ ਆਫ ਪੋਟਾਸ਼ ਆਉਂਦੀ ਹੈ, ਜਿਹੜੀ ਕਿ ਪਾਣੀ ਵਿੱਚ ਘੁਲਣਸ਼ੀਲ ਹੁੰਦੀ ਹੈ, ਉਹਦੀ ਵਰਤੋਂ ਆਪਾਂ ਫਰਟੀਗੇਸ਼ਨ ਦੇ ਤੌਰ ਤੇ ਤੁਪਕਾ ਸਿੰਚਾਈ ਦੇ ਵਿੱਚ ਕਰ ਸਕਦੇ ਹਾਂ। ਸੋ ਵਧੀਆ ਨਤੀਜੇ ਨੇ ਡ੍ਰਿਪ ਇਰੀਗੇਸ਼ਨ ਦੇ ਨਾਲ। ਜੀ ਬਿਲਕੁਲ। ਤਾਂ ਸਭ ਹੁਣ ਜਦੋਂ ਵੀ ਆਪਾਂ ਕੋਈ ਫਸਲੀ ਉਤਪਾਦਨ ਕਰਦੇ ਹਾਂ, ਉਹਦੇ ਵਿੱਚ ਸਾਡਾ ਮੇਨ ਪੈਮਾਨਾ ਇਹੀ ਰਹਿੰਦਾ ਵੀ ਉਹਦੀ ਜਿਹੜੀ ਗੁਣਵੱਤਾ ਹੈ, ਕੁਆਲਿਟੀ ਆ, ਉਹ ਪੂਰਾ ਸਮਾਂ ਜਿਹੜੀ ਉਹ ਮੇਨਟੇਨ ਰਵੇ ਜੀ। ਸੋ ਖਾਸ ਕਰਕੇ ਆਪਾਂ ਜੇ ਬੀਜ ਆਲੂ ਦੀ ਗੱਲ ਕਰਦੇ ਹਾਂ, ਦੁਆਬੇ ਦੇ ਏਰੀਏ ਦੇ ਵਿੱਚ ਆਪਾਂ ਜਿਹੜਾ ਹੈ ਬਹੁਤ ਸਾਰੇ ਕਿਸਾਨ ਆਲੂ ਦੀ ਬਿਜਾਈ ਕਰਦੇ ਨੇ, ਔਰ ਤੁਹਾਡੇ ਸੈਂਟਰ ਦੇ ਨਾਲ ਵੀ ਉਹਨਾਂ ਦਾ ਲਗਾਤਾਰ ਰਾਬਤਾ ਹੈ ਵੀ ਕੁਆਲਿਟੀ ਨੂੰ ਆਪਾਂ ਗੁਣਵੱਤਾ ਨੂੰ ਮੇਨਟੇਨ ਰੱਖਣ ਦੇ ਵਾਸਤੇ ਕਿਹੜੇ ਜਿਹੜੇ ਨੁਕਤੇ ਨੇ। ਪ੍ਰੋਬਲਮ ਇਹੀ ਆਉਂਦੀ ਹੈ ਕਿ ਆਪਾਂ ਇੱਕ ਵਾਰੀ ਕਿਸਾਨ ਵੀਰ ਸਾਡੇ ਤੋਂ ਕੋਈ ਬੀਜ ਲੈ ਜਾਣ ਤੇ ਉਹਨੀ ਗਾਂ ਕਿੰਨੇ ਸਾਲ ਤੱਕ ਆਪਣਾ ਬੀਜ ਜਿਹੜਾ ਉਹ ਮੇਨਟੇਨ ਰੱਖਣਾ, ਉਹਨੂੰ ਹੀ ਵਰਤੀ ਜਾਣਾ। ਜਿਹੜੀਆਂ ਅਸੀਂ ਸਿਫਾਰਿਸ਼ਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਅਸੀਂ ਕਿਸਾਨ ਵੀਰਾਂ ਨੂੰ ਦੱਸਦੇ ਹਾਂ, ਉਹਦੇ ਵਿੱਚ ਕੀ ਹੈ ਕਿ ਜਿੰਨਾ ਕੁ ਬੀਜ ਉਹਨੇ ਆਪਣਾ ਅਗਲੇ ਸਾਲ ਲਈ ਬਣਾਉਣਾ, ਉਹਨੂੰ ਘੱਟੋ ਘੱਟ ਆਪਾਂ ਜਾਲੀਦਾਰ ਘਰ ਇਨਸੈਕਟ ਨੈਟ ਹਾਊਸ 'ਚ ਬਣਾਈਏ, ਤਾਂ ਜੋ ਉਹਦੀ ਕੁਆਲਿਟੀ ਮੱਖੀ ਮੱਛਰ ਜਿਹੜਾ ਹੈਗਾ ਜਾਂ ਚਿੱਟੀ ਮੱਖੀ ਹੈਗੀ ਆ ਜਾਂ ਤੇਲਾ ਹੈਗਾ, ਉਹ ਉਹਦੇ 'ਤੇ ਨਾ ਆਵੇ ਤੇ ਉੱਤੇ ਜੀਵਾਣੂ ਦਾ ਹਮਲਾ ਨਾ ਹੋਵੇ, ਤਾਂ ਉਹਦੀ ਕੁਆਲਿਟੀ ਜਿਹੜੀ ਮੇਨਟੇਨ ਜਿਹੜੀ ਉਹ ਕੀਤੀ ਜਾ ਸਕਦੀ ਹੈ। ਦੂਸਰਾ, ਮੈਂ ਪਹਿਲਾਂ ਹੀ ਦੱਸਦਾ ਕਿ ਜੇ ਕੁਆਲਿਟੀ ਮੇਨਟੇਨ ਆਪਾਂ ਸਾਲ ਦਰ ਸਾਲ ਕਰਨੀ ਆ ਤੇ ਆਪਾਂ ਸਰਟੀਫਿਕੇਸ਼ਨ ਅਧੀਨ ਰਕਬਾ ਰਜਿਸਟਰ ਕਰਾਈਏ, ਵੱਧ ਤੋਂ ਵੱਧ ਸਰਟੀਫਾਈ ਕਰਾਵਾਂਗੇ ਤੇ ਸਾਨੂੰ ਵੱਖ-ਵੱਖ ਸਟੇਜਾਂ ਤੇ ਪਤਾ ਲੱਗਦਾ ਰਹੇਗਾ ਕਿ ਸਾਡੇ ਕਿਤੇ ਕੰਟੈਮੀਨੇਸ਼ਨ ਤਾਂ ਨਹੀਂ ਆ ਰਹੀ। ਤੇ ਇਸੇ ਤਰ੍ਹਾਂ ਆਪਾਂ ਜਿਹੜੀ ਇਹਦੀ ਕੁਆਲਿਟੀ ਜਿਹੜੀ ਆ ਮੇਨਟੇਨ ਕਰ ਸਕਦੇ ਹਾਂ। ਮਤਲਬ ਜ਼ਰੂਰੀ ਹੈ ਪੈਮਾਨਾ ਕੁਆਲਿਟੀ ਦਾ ਮੇਨਟੇਨ ਉਹਨੂੰ ਕਰਨਾ। ਦੱਸੋ, ਜਿਹੜੀ ਤੁਸੀਂ ਟੈਕਨੀਕਾਂ ਦੀ ਗੱਲ ਕੀਤੀ, ਐਰੋਪੋਨਿਕਸ, ਟਿਸ਼ੂ ਕਲਚਰ, ਜੇ ਆਪਾਂ ਸਮੁੱਚੇ ਪੰਜਾਬ ਦੀ ਗੱਲ ਕਰੀਏ ਵੀ ਇਹ ਜਿਹੜੀਆਂ ਟੈਕਨੀਕਸ ਨੇ, ਕਿਸਾਨੀ ਪੱਧਰ ਤੇ ਇਹਨਾਂ ਦਾ ਕੀ ਸਟੇਟਸ ਹੈ, ਕਿਸ ਲੈਵਲ ਤੱਕ ਇਹ ਤਕਨੀਕਾਂ ਕਿਸਾਨਾਂ ਤੱਕ ਪਹੁੰਚ ਗਈਆਂ ਨੇ? ਇਹੀ ਉਪਰਾਲਾ ਕਰਨ ਲਈ ਕਿ ਕਿਸਾਨਾਂ ਤੱਕ ਆਪਾਂ ਜਿਹੜੀਆਂ ਉੱਤਮ ਹਾਈਟੈਕ ਤਕਨੀਕਾਂ ਪਹੁੰਚਾ ਸਕੀਏ, ਇਸੇ ਕਰਕੇ ਇਹ ਸੈਂਟਰ ਆਫ ਐਕਸੀਲੈਂਸ ਜਿਹੜਾ ਪੰਜਾਬ ਸਰਕਾਰ ਵੱਲੋਂ ਉਸਾਰਿਆ ਗਿਆ ਸੀ।
ਇਹ ਜਿਹੜਾ ਜਿੱਦਾਂ ਆਪਣਾ ਸੈਂਟਰ ਹੈ ਇੱਥੇ ਆਪਾਂ ਟਿਸ਼ੂ ਕਲਚਰ ਐਰੋਪੋਨਿਕ ਯੂਜ਼ ਕਰ ਰਹੇ ਹਾਂ, ਇਸੇ ਤਰ੍ਹਾਂ ਦੇ ਤਕਰੀਬਨ ਐਰੋਪੋਨਿਕ ਦੇ 6 ਯੂਨਿਟ ਆਪਣੇ ਪੰਜਾਬ ਦੇ ਵਿੱਚ ਹੁਣ ਤੱਕ ਲੱਗ ਚੁੱਕੇ ਆ, ਜਿਹੜੇ ਕਿ ਜ਼ਿਮੀਦਾਰ ਆਪਣੇ ਲੈਵਲ ਤੇ ਮਿਨੀ ਟਿਊਬਰ ਜਿਹੜਾ G0 ਹੈਗਾ ਉਹ ਪੈਦਾ ਕਰ ਰਹੇ ਆ ਤੇ ਉਹ G0 ਪੈਦਾ ਕਰਕੇ ਵੀ ਬਾਹਰਲੇ ਰਾਜਾਂ ਨੂੰ ਵੀ ਸੇਲ ਕਰ ਰਹੇ ਆ ਤੇ ਆਪਣਾ ਵੀ ਬੀ ਕੁਆਲਿਟੀ ਬੀ ਜਿਹੜਾ ਗਾਂ ਤੇ ਗਾਂ ਉਹਨੂੰ ਮਲਟੀਪਲਾਈ ਕਰ ਰਹੇ ਆ। ਤੇ ਉਹਨਾਂ ਦੀ ਤਕਰੀਬਨ ਜਿਹੜੇ ਆਪਣੇ 6 ਹੁਣ ਤੱਕ ਪੰਜਾਬ ਦੇ ਵਿੱਚ ਯੂਨਿਟ ਹੈਗੇ ਆ, ਤਕਰੀਬਨ 52 ਲੱਖ ਮਿਨੀ ਟਿਊਬਰ ਪੈਦਾ ਕਰਨ ਦੀ ਸਾਲਾਨਾ ਉਹਨਾਂ ਦੀ ਕਪੈਸਿਟੀ ਹੈਗੀ ਆ ਜੀ। ਹਾਂਜੀ, ਇਸੇ ਬਾਰੇ ਆਪਾਂ ਇੱਥੇ ਵੱਖ-ਵੱਖ ਟ੍ਰੇਨਿੰਗਾਂ ਜਾਂ ਸਿਖਲਾਈ ਕੋਰਸਾਂ ਵਿੱਚ ਜੋ ਕਿਸਾਨ ਵੀਰ ਜਿਹੜੇ ਵਿਜ਼ਿਟ ਕਰਦੇ ਆ ਉਹਨਾਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਆ। ਦੱਸੋ, ਤੁਸੀਂ ਦੇਖ ਰਹੇ ਹੋ ਕਿ ਪੂਰੇ ਵਿਸ਼ਵ ਦੇ ਵਿੱਚ ਕੋਵਿਡ ਦਾ ਦੌਰ ਚੱਲ ਰਿਹਾ ਔਰ ਕੋਵਿਡ ਦੀ ਮਹਾਮਾਰੀ ਪੂਰੇ ਵਿਸ਼ਵ ਵਿੱਚ ਫੈਲੀ ਹੋ ਰਹੀ ਹੈ। ਇਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਵੀ ਆ ਰਹੀਆਂ। ਸੋ ਇਸ ਮੌਕੇ ਦੇ ਵਿੱਚ ਜਿਹੜੇ ਕਿਸਾਨ ਵੀਰਾਂ ਤੱਕ ਪਹੁੰਚ ਕਰਨ ਲਈ ਤੁਹਾਡੇ ਵਿਭਾਗ ਵੱਲੋਂ, ਤੁਹਾਡੇ ਸੈਂਟਰ ਵੱਲੋਂ ਕਿਸਾਨਾਂ ਤੱਕ ਜਾਣਕਾਰੀ ਦੇਣ ਲਈ ਕੀ ਉਪਰਾਲੇ ਕੀਤੇ ਜਾ ਰਹੇ? ਕਿਸਾਨਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਸਾਡੇ ਕੋਲ ਫੇਸਬੁੱਕ ਪੇਜ ਵੀ ਬਣਾਇਆ ਗਿਆ, ਜਿੱਤੇ ਵੱਖ-ਵੱਖ ਜਾਣਕਾਰੀ ਜਿਹੜੀ ਸਮੇਂ-ਸਮੇਂ ਤੇ ਆਪਾਂ ਆਲੂ ਦੇ ਸੀਜ਼ਨ ਦੇ ਵਿੱਚ ਪਾਉਂਦੇ ਰਹਿੰਦੇ ਆ। ਉਸ ਤੇ ਹੀ ਆਪਾਂ ਵੱਖਰੀਆਂ ਕਿਸਮਾਂ ਜਾਂ ਜਿਹੜੀਆਂ ਸਟੇਜਾਂ ਆਪਣੇ ਕੋਲ ਹੈਗੀਆਂ ਉਹਦੇ ਬਾਰੇ ਆਪਾਂ ਜਿਹੜੀ ਜਾਣਕਾਰੀ ਆਪਣੇ ਪੇਜ ਤੇ ਕਿਸਾਨਾਂ ਨਾਲ ਸ਼ੇਅਰ ਕਰੀਦੀ ਹੈ, ਜਾਂ ਜਿਹੜੇ ਕਿਸਾਨਾਂ ਕੋਲ ਸਾਡਾ ਕੰਟੈਕਟ ਹੈਗਾ ਪਰਸਨਲ ਤੌਰ ਤੇ ਆਪਣਾ WhatsApp ਤੇ ਜਾਂ ਕਿਸੇ ਹੋਰ ਮੀਡੀਆ ਦੇ ਜ਼ਰੀਏ ਸਾਡੇ ਨਾਲ ਸੰਪਰਕ ਕਰਦੇ ਆ ਤਾਂ ਅਸੀਂ ਜਾਣਕਾਰੀ ਦੇ ਦਈਏ। ਇਸ ਤੋਂ ਇਲਾਵਾ ਜਿਹੜਾ ਆਨਲਾਈਨ ਸਿਸਟਮ ਆਪਣਾ ਸੈਮੀਨਾਰ ਦਾ ਹੈਗਾ ਉਹਦੇ ਵਿੱਚ ਵੀ ਆਪਾਂ ਜਿਹੜੀ ਜਾਣਕਾਰੀ ਦਿੰਦੇ ਰਹਿੰਦੇ ਹਾਂ। ਜਾਣਕਾਰੀ ਹੀ ਅੱਜ ਦੇ ਸਮੇਂ ਦਾ ਆਧਾਰ ਹੈ, ਕਿਉਂਕਿ ਜਾਣਕਾਰੀ ਮਿਲੇਗੀ ਤਾਂ ਅੱਗੇ ਪ੍ਰਚਾਰ ਵਧੇਗਾ, ਉਹਦੇ ਨਾਲ ਜਿਹੜੀ ਕਿਸਾਨਾਂ ਦੀ ਇਨਕਮ ਵੀ ਵਧੇਗੀ। ਤਾਂ ਸਭ ਹੁਣ ਇਹ ਸਮਾਂ ਆਉਂਦਾ ਵੀ ਜਦੋਂ ਵੀ ਆਪਾਂ ਇਹ ਬਿਜਾਈ ਕਰਨੀ ਆ, ਬੀਜ ਆਲੂ ਤਿਆਰ ਕਰਨਾ, ਬਹੁਤ ਸਾਰੀ ਮਸ਼ੀਨਰੀ ਵੀ ਲੈਣੀ ਪੈਂਦੀ ਆ, ਇਹਦੇ ਬਾਰੇ ਸਰਕਾਰੀ ਸਹੂਲਤਾਂ ਵੀ ਨੇ। ਤੁਹਾਡੇ ਵਿਭਾਗ ਵੱਲੋਂ ਇਸ ਤਰ੍ਹਾਂ ਦੀ ਕੋਈ ਸਹੂਲਤ ਵੀ ਹੈ ਇਹਦੇ ਬਾਰੇ? ਜੀ, ਵਿਭਾਗ ਵੱਲੋਂ ਇੱਕ ਨੈਸ਼ਨਲ ਹਾਰਟੀਕਲਚਰ ਮਿਸ਼ਨ ਜਾਂ ਕੌਮੀ ਬਾਗਬਾਨੀ ਮਿਸ਼ਨ ਸਕੀਮ ਜਿਹੜੀ ਹੈ ਉਹ ਚੱਲ ਰਹੀ ਹੈ, ਜਿਹਦੇ ਵਿੱਚ ਮੈਕਨਾਈਜੇਸ਼ਨ ਦੇ ਅੰਡਰ ਵੱਖ-ਵੱਖ ਮਸ਼ੀਨਾਂ ਜਿਹੜੀਆਂ ਕੱਲੀ ਆਲੂ ਨਹੀਂ ਬਾਕੀ ਬਾਗਬਾਨੀ ਫਸਲਾਂ ਲਈ ਵੀ ਵਰਤੀਆਂ ਜਾਂਦੀਆਂ, ਉਹਦੇ ਵਿੱਚ 25 ਤੋਂ 40% ਜਿਹੜੀ ਸਬਸਿਡੀ ਦੀ ਵਿਵਸਥਾ ਹੈਗੀ ਹੈ ਜੀ। ਉਹ ਆਪਣੇ ਲੋਕਲ ਜਿਹੜੇ ਹੈਗੇ ਆ ਬਾਗਬਾਨੀ ਵਿਕਾਸ ਅਫਸਰ ਜਾਂ ਦਫ਼ਤਰ ਜਿਹੜੇ ਲੋਕਲ ਹੈਗੇ ਉਹਨਾਂ ਨਾਲ ਸੰਪਰਕ ਕਰਕੇ ਉਹ ਉੱਥੋਂ ਪਤਾ ਕੀਤਾ ਜਾ ਸਕਦਾ। ਇੱਕ ਡਾਕਟਰ ਸਾਹਿਬ, ਆਪਾਂ ਆਲੂ ਤਿਆਰ ਕਰਦੇ ਹਾਂ ਬਾਹਰ, ਜਿਹੜਾ ਆਪਾਂ ਜਿਹੜੀ ਓਪਨ ਦੇ ਵਿੱਚ ਆਪਾਂ ਸੋਇਲ ਦੇ ਵਿੱਚ, ਇੱਕ ਆਲੂ ਤੁਸੀਂ ਦੱਸ ਰਹੇ ਹੋ ਜਿਹੜਾ ਐਰੋਪੋਨਿਕਸ ਤਕਨੀਕ ਨਾਲ ਤਿਆਰ ਕਰਦੇ ਹਾਂ, ਸੁਭਾਵਿਕ ਹੈ ਕਿ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਆ ਜਾਂ ਗੁਣਵੱਤਾ ਹੈ ਉਹਦੇ ਵਿੱਚ ਫਰਕ ਹੋਏਗਾ। ਤਾਂ ਕੀ ਜਿਹੜੇ ਨਾਰਮਲ ਆਪਾਂ ਆਲੂ ਪੈਦਾ ਕਰਦੇ ਹਾਂ ਬੀਜ ਆਲੂ ਜਾਂ ਇਸ ਟੈਕਨੀਕ ਦੇ ਨਾਲ ਉਹਦੀ ਸਾਂਭ ਸੰਭਾਲ ਦਾ ਕੋਈ ਵੱਖਰਾ ਤਰੀਕਾ? ਹਵਾ ਵਿੱਚ ਆਲੂ ਐਰੋਪੋਨਿਕ ਤਕਨੀਕ ਨਾਲ ਆਪਾਂ ਪੈਦਾ ਕਰਦੇ ਹਾਂ ਤੇ ਉਹਦੇ ਵਿੱਚ ਬਹੁਤ ਹੀ ਛੋਟੇ ਆਲੂ, ਤਕਰੀਬਨ 2 ਤੋਂ 3 ਗ੍ਰਾਮ ਦਾ ਆਲੂ ਜਿਹੜਾ ਆਪਾਂ ਉਹਨੂੰ ਤੋੜਦੇ ਹਾਂ, ਜਿਹੜਾ ਕਿ ਬਹੁਤ ਡੈਲੀਕੇਟ ਹੁੰਦਾ ਤੇ ਉਹਦੇ ਵਿੱਚੋਂ ਜਿਹੜਾ ਮੋਇਸਚਰ ਲਾਸ ਆ, ਨਮੀ ਜਿਹੜੀ ਆ ਉਹ ਬਹੁਤ ਜਲਦੀ ਜਿਹੜੀ ਆ ਲੂਜ਼ ਹੋ ਸਕਦੀ ਹੈ, ਜਿਹੜਾ ਕਿ ਬੀਜ ਦੀ ਕੁਆਲਿਟੀ ਨੂੰ ਖਰਾਬ ਕਰ ਸਕਦਾ। ਉਹਨੂੰ ਮੇਨਟੇਨ ਕਰਨ ਲਈ ਆਪਾਂ ਕੀ ਕਰਨਾ ਹੈ ਕਿ ਬੀਜ ਦੀ ਤੁੜਾਈ ਕਰਨ ਉਪਰੰਤ ਆਪਾਂ ਟਿਊਬਾਂ ਦੀ ਰੋਸ਼ਨੀ ਥੱਲੇ ਤਕਰੀਬਨ 11 ਤੋਂ 12 ਡਿਗਰੀ ਸੈਲਸੀਅਸ 11 ਤੋਂ 12 ਡਿਗਰੀ ਤਾਪਮਾਨ ਤੇ ਟਿਊਬਾਂ ਦੀ ਰੋਸ਼ਨੀ ਥੱਲੇ ਆਪਾਂ ਉਹਨਾਂ ਨੂੰ ਥੋੜੇ ਦਿਨ ਰੱਖੀਦਾ, ਤਾਂ ਜੋ ਜਿਹੜਾ ਬੀਜ ਆਲੂ ਉਹ ਮਿਨੀ ਟਿਊਬਰ ਤੋੜੇ ਹੈ ਉਹ ਹਰੇ ਰੰਗ ਦੇ ਹੋ ਜਾਣ। ਜਦੋਂ ਬੀਜ ਜਿਹੜਾ ਹਰੇ ਰੰਗ ਦਾ ਹੋ ਜਾਂਦਾ ਫਿਰ ਆਪਾਂ ਉਹਨੂੰ ਗ੍ਰੇਡ ਕਰਕੇ 3 ਗ੍ਰਾਮ ਵਾਲੇ ਵੱਖਰੇ, 2 ਵਾਲੇ ਵੱਖਰੇ, ਛੋਟੇ ਜਿਹੜੇ ਵੱਖਰੇ ਆ ਉਹਨਾਂ ਨੂੰ ਗ੍ਰੇਡ ਕਰਕੇ ਜਿਹੜੇ ਨਾਈਲਨ ਦੇ ਆਪਣੇ ਕੋਲ ਬੈਗ ਆਉਂਦੇ ਲੀਨੋ ਬੈਗ ਉਹਨਾਂ ਦੇ ਵਿੱਚ ਪੈਕ ਕਰਕੇ ਤੇ 2 ਤੋਂ 4 ਡਿਗਰੀ ਸੈਲਸੀਅਸ ਜਿਹੜਾ ਕੋਲਡ ਸਟੋਰ ਦਾ ਤਾਪਮਾਨ ਆ ਉੱਤੇ ਸਟੋਰ ਕਰ ਦਈਦਾ। ਇਸੇ ਤਰ੍ਹਾਂ ਜਿਹੜਾ ਸਟੋਰ ਕੀਤਾ ਹੁੰਦਾ ਆਪਾਂ ਅਗਲੇ ਸੀਜ਼ਨ 'ਚ ਇਹਨਾਂ ਨੂੰ ਮਿਨੀ ਟਿਊਬਰ ਦੀ ਬਿਜਾਈ ਕਰਨੀ ਆ, ਉਦੋਂ ਫਿਰ ਆਪਾਂ ਨੂੰ ਟੈਂਪਰੇਚਰ ਵਧਾ ਕੇ ਆਪਾਂ ਨੂੰ ਤਾਪਮਾਨ ਵਧਾ ਕੇ ਤੇ ਹਨੇਰੇ ਵਾਲੇ ਕਮਰੇ ਦੇ ਵਿੱਚ ਰੱਖਣਾ ਪੈਂਦਾ, ਤਾਂ ਜੋ ਜਿਹੜੇ ਨਿੱਕੇ ਆਲੂ ਆਪਾਂ ਐਰੋਪੋਨਿਕ ਦੇ ਵਿੱਚ ਤੋੜੇ ਆ ਇਹ ਪੁੰਗਰ ਆਉਣ। ਜਦੋਂ ਇਹਨਾਂ ਦੇ ਪੁਗਾਰੇ ਆ ਜਾਂਦੇ ਆ ਤੇ ਫਿਰ ਇਹਨਾਂ ਦੀ ਬਿਜਾਈ ਜਿਹੜੀ ਹੈ ਨੈਟ ਹਾਊਸ ਜਾਂ ਮੱਛਰਦਾਨੀ ਵਾਲੇ ਜਿਹੜੇ ਘਰ ਹੈਗੇ ਆ ਉਹਨਾਂ ਦੇ ਵਿੱਚ ਕੀਤੀ ਜਾਂਦੀ ਹੈ, ਤਾਂ ਜੋ ਇਹਨਾਂ ਤੋਂ ਕੁਆਲਿਟੀ ਵੀ ਪੈਦਾ ਕੀਤਾ ਜਾ ਸਕੇ। ਡਾਕਟਰ ਸਾਹਿਬ, ਕੁਆਲਿਟੀ ਪੈਦਾ ਕੀਤੀ ਜਾ ਸਕੇ ਮੱਛਰਦਾਨੀ ਦੇ ਵਿੱਚ ਜਾਂ ਪੋਲੀ ਹਾਊਸ ਦੇ ਵਿੱਚ, ਸਵਾਲ ਇਹ ਆ ਵੀ ਫਸਲ ਆਪਾਂ ਬੀਜੀ ਹੋਈ ਆ, ਮੰਨ ਲਓ ਓਪਨ ਦੇ ਵਿੱਚ ਆਪਣੀ ਫਸਲ ਬੀਜੀ ਹੋਈ ਆ, ਬਈ ਕਿਸਾਨ ਵੀਰ ਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਮੇਰੀ ਫਸਲ ਤੇ ਹੁਣ ਕਿਸੇ ਬਿਮਾਰੀ ਦਾ ਹਮਲਾ ਹੋ ਗਿਆ? ਕਿਸ ਤਰ੍ਹਾਂ ਉਹਨੂੰ, ਜੇ ਉਹ ਆਪ ਜਾਂਚ ਕਰਨੀ ਚਾਹਵੇ, ਕਿਸ ਤਰ੍ਹਾਂ ਉਹਨੂੰ ਪਤਾ ਲੱਗੇ? ਦੇਖੋ, 2 ਤਰ੍ਹਾਂ ਦੀਆਂ ਇਹਦੇ 'ਚ ਮੁੱਖ ਬਿਮਾਰੀਆਂ ਇਹੀ ਨੇ, ਇੱਕ ਤਾਂ ਜੀਵਾਣੂ ਰੋਗ ਜੀ ਤੇ ਦੂਸਰਾ ਲੇਟ ਬਲਾਈਟ ਜਿਹੜਾ ਝੁਲਸ ਰੋਗ ਹੈਗਾ ਆ ਉਹ ਹੁੰਦਾ। ਜਿਹੜਾ ਤਾਂ ਜੀਵਾਣੂ ਰੋਗ ਹੈ ਉਹਦੇ ਵਿੱਚ 7 ਕੁ ਵਾਇਰਸ ਹੈਗੇ ਆ ਜਿਨ੍ਹਾਂ ਦੀ ਪਛਾਣ ਜ਼ਿਮੀਦਾਰਾਂ ਨੂੰ, ਕਿਸਾਨਾਂ ਨੂੰ ਜਿਹੜੇ ਬੀਜ ਬਣਾਉਂਦੇ ਉਹਨਾਂ ਨੂੰ ਸਿੱਖਣੀ ਪੈਣੀ ਹੈ ਤੇ ਅਸੀਂ ਇੱਥੇ ਸਿਖਲਾਈ ਕੋਰਸਾਂ 'ਚ ਦੱਸਦੇ ਰਹਿੰਦੇ ਹਾਂ। ਜਿਹੜੇ ਜੀਵਾਣੂ ਰੋਗ ਵਾਲੇ ਪੌਦੇ ਖੇਤ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਆਪਾਂ ਰੋਗਿੰਗ ਕਰਦੇ ਹਾਂ ਕਿ ਜਿਹੜੇ ਬਿਮਾਰੀ ਵਾਲੇ ਪੌਦੇ ਆ ਖੇਤ ਦੇ ਵਿੱਚ ਘੁੰਮ ਕੇ ਆਪਾਂ ਪਹਿਲਾਂ ਹੀ ਪੱਟ ਦੇਣੇ ਆ ਤੇ ਉਹਨਾਂ ਦਾ ਆਲੂ ਜਿਹੜਾ ਆ ਅੱਗੇ ਆਪਾਂ ਬੀਜ ਵਾਸਤੇ ਨਹੀਂ ਵਰਤਣਾ ਜੀ, ਕਿਉਂਕਿ ਜੀਵਾਣੂ ਰੋਗ ਆ ਜਿਹੜਾ, ਜਿੱਦਾਂ ਆਪਾਂ ਕੋਵਿਡ ਦਾ ਦੌਰ ਚੱਲ ਰਿਹਾ, ਜੀਵਾਣੂ ਦਾ ਇਹਦਾ ਇਲਾਜ ਕੋਈ ਨਹੀਂ,
ਇਹ ਪਿੱਛੋਂ ਬੀ ਜਿਹੜਾ ਉਹ ਹੀ ਪਿਓਰ ਤੁਰਦਾ ਆਉਣਾ ਚੱਲਦਾ ਆਉਣਾ ਸ਼ੁਰੂ ਚਾਹੀਦਾ। ਤੇ ਇਸੇ ਤਰ੍ਹਾਂ ਜਿਹੜਾ ਝੁਲਸ ਰੋਗ ਹੈ ਉਹਦਾ ਕੀ ਹੈ ਕਿ ਕਾਲੇ ਰੰਗ ਦੇ ਧੱਬੇ ਜਿਹੜੇ ਪੱਤਿਆਂ ਦੇ ਉਹ ਪੈ ਜਾਂਦੇ ਆ ਤੇ ਸਵੇਰ ਵੇਲੇ ਪੱਤਿਆਂ ਦੇ ਹੇਠਲੇ ਪਾਸੇ ਪਿਛਲੇ ਪਾਸੇ ਚਿੱਟੇ ਰੰਗ ਦੀ ਉੱਲੀ ਜਿਹੜੀ ਆ ਉਹ ਵੀ ਦੇਖੀ ਜਾ ਸਕਦੀ ਹੈ ਜੀ। ਜੇ ਆਪਾਂ ਤੜਕੇ ਉੱਠ ਕੇ ਖੇਤ ਦੇ ਵਿੱਚ ਗੇੜਾ ਮਾਰੀਏ। ਉਹਨਾਂ ਦੀ ਜਿਹੜਾ ਝੁਲਸ ਰੋਗ ਹੈ ਇਹ ਇੱਕੋ ਦਮ ਜੇ ਆ ਜਾਵੇ ਤੇ ਕ੍ਰੌਪ ਨੂੰ ਖਤਮ ਕਰ ਜਾਂਦਾ, ਪਰ ਇਹਦੇ ਲਈ ਕੰਡੀਸ਼ਨ ਹੈ ਕਿ ਕਦੋਂ ਆਉਣਾ ਆ ਜਦੋਂ ਆਪਣੇ ਕੋਲ ਨਮੀ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਤੇ ਕਲਾਉਡੀ ਵੈਦਰ ਆਪਾਂ ਕਹਿੰਦੇ ਆ ਬੱਦਲਵਾਈ ਰਹਿਣ ਲੱਗ ਪੈਂਦੀ ਹੈ, ਉਦੋਂ ਜ਼ਿਆਦਾ ਇਹ ਵੱਧਦਾ ਫੁੱਲਦਾ। ਤੇ ਇਹਨੂੰ ਕੰਟਰੋਲ ਕਰਨ ਲਈ ਆਪਣੇ ਕੋਲ M45 ਨਾਂ ਦੀ ਦਵਾਈ ਆਉਂਦੀ ਹੈ, ਇੱਕ ਐਂਟਰਾਕੋਲ ਆਉਂਦੀ ਹੈ। ਇਹ ਦੋਨੋਂ ਕੰਟੈਕਟ ਫੰਜੀਸਾਈਡ ਨੇ ਜਿਹੜੀਆਂ ਕਿ ਪੱਤੇ ਤੇ ਰੁਕ ਜਾਂਦੀਆਂ ਨੇ ਤੇ ਆਪਣਾ ਜਿਹੜਾ ਬਿਮਾਰੀ ਦਾ ਸਪੋਰ ਹੈਗੇ ਆ ਉਹਨਾਂ ਨੂੰ ਖਤਮ ਕਰਦੀਆਂ ਨੇ। ਇਸੇ ਤਰ੍ਹਾਂ ਕੁਛ ਕੁ ਸਿਸਟੈਮਿਕ ਦਵਾਈਆਂ ਨੇ, ਕਰਜਟ ਹੈਗੀ ਹੈ, ਮੈਲੋਡੀ ਡਿਊਓ ਦੇ ਨਾਂ ਤੋਂ ਆਉਂਦੀ ਹੈ। ਤੇ ਇਹ ਕੁਛ ਸਿਸਟੈਮਿਕ ਦਵਾਈਆਂ ਨੇ ਜਿਹੜੀਆਂ ਕਿ ਇਹ ਚਾਰੋਂ ਦਵਾਈਆਂ ਹਫਤੇ ਤੇ ਵਕਫੇ ਤੇ ਜਿਹੜੀਆਂ ਆ ਆਲੂ ਦੀ ਫਸਲ ਨੂੰ ਕੀਤੀਆਂ ਜਾ ਸਕਦੀਆਂ ਤਾਂ ਜੋ ਜਿਹੜਾ ਝੁਲਸ ਰੋਗ ਤੋਂ ਬਚਿਆ ਜਾ ਸਕੇ। ਇਹਨਾਂ ਦਵਾਈਆਂ ਦੀ ਮਾਤਰਾ ਕੀ ਹੈ? 500 ਤੋਂ 700 ਗ੍ਰਾਮ ਪ੍ਰਤੀ ਖੇਤ ਦੇ ਹਿਸਾਬ ਨਾਲ ਆਪਾਂ ਇਹ ਦਵਾਈਆਂ ਦੀ ਜਿਹੜੀ ਹੈ ਸਪਰੇਅ ਆਪਾਂ ਕਰ ਸਕਦੇ ਹਾਂ। ਤੇ ਜਦੋਂ ਦਵਾਈਆਂ ਦੀ ਸਪਰੇਅ ਕਰਨੀ ਹੈ, ਇੱਕ ਖਾਸ ਤੌਰ ਤੇ ਆਪਾਂ ਧਿਆਨ ਰੱਖਣਾ ਕਿ ਇੱਕ ਦਵਾਈ ਦੀ ਅੱਜ ਸਪਰੇਅ ਕੀਤੀ ਹੈ, ਹਫਤੇ ਬਾਅਦ ਆਪਾਂ ਇੱਕੋ ਹੀ ਸੇਮ ਦਵਾਈ ਜਿਹੜੀ ਆ ਉਹ ਨਹੀਂ ਵਰਤਣੀ, ਬਦਲ ਕੇ ਆਪਾਂ ਆਲਟਰਨੇਟਲੀ ਇੱਕ ਵਾਰੀ ਆਪਾਂ M45 ਕਰ ਲਈ, ਫਿਰ ਐਂਟਰਾਕੋਲ ਕਰ ਲਈ, ਫਿਰ M45 ਕਰ ਲਈ, ਬਦਲ ਕੇ ਆਪਾਂ ਹਫਤੇ ਬਾਅਦ ਆਪਾਂ ਸਪਰੇਅ ਕਰਨੀ ਹੈ। ਮਤਲਬ ਕਿ ਸਥਿਤੀ ਨੂੰ ਦੇਖਦੇ ਹੋਏ ਆਪਾਂ ਫੈਸਲਾ ਕਰਨਾ ਕਿ ਉਹਦੇ ਹਿਸਾਬ ਨਾਲ ਆਪਾਂ ਮੌਕੇ ਤੇ ਬਦਲਾਅ ਕਰਨੇ ਨੇ ਵੀ ਕਿਹੜੀ ਦਵਾਈ ਕਿਸੇ ਸਮੇਂ ਤੇ ਕਿੰਨੀ ਪਾਉਣੀ ਹੈ। ਡਾਕਟਰ ਸਾਹਿਬ, ਮੈਂ ਤੁਹਾਡੇ ਫਾਰਮ ਤੇ ਦੇਖ ਰਿਹਾ ਸੀ, ਬੜਾ ਅੱਛਾ ਫਾਰਮ ਤੁਸੀਂ ਮੇਨਟੇਨ ਕੀਤਾ ਹੋਇਆ, ਮਸ਼ੀਨਰੀ ਵੀ ਕਾਫੀ ਹੈ ਔਰ ਬਹੁਤ ਵਧੀਆ। ਇਸ ਤੁਹਾਡੇ ਫਾਰਮ ਤੇ ਕਿਸਾਨਾਂ ਦੇ ਵਾਸਤੇ ਕੀ ਗਤੀਵਿਧੀਆਂ ਨੇ, ਕਿੰਨਾ ਕੁ ਤੁਸੀਂ ਸੀਡ ਪੈਦਾ ਕਰਦੇ ਹੋ ਤੇ ਕਿਸਾਨਾਂ ਤੱਕ ਕਿਵੇਂ ਤੁਸੀਂ ਪਹੁੰਚ ਕਰਦੇ ਹੋ, ਇਹਦੇ ਬਾਰੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੋ ਜੀ। ਇਹ ਸੈਂਟਰ ਜਿਹੜਾ ਪੰਜਾਬ ਸਰਕਾਰ ਵੱਲੋਂ ਉਸਾਰਿਆ ਗਿਆ ਸੀ, ਮੁੱਖ ਤੌਰ ਤੇ ਹਾਈਟੈਕ ਤਕਨੀਕਾਂ ਆਪਾਂ ਕਿਹੜੀਆਂ ਬੀਜ ਆਲੂ ਦੇ ਵਿੱਚ ਸੁਧਾਰ ਲਈ ਵਰਤ ਸਕਦੇ ਹਾਂ ਉਹਨਾਂ ਨੂੰ ਡੈਮੋਸਟ੍ਰੇਟ ਕਰਨ ਲਈ ਉਸਾਰਿਆ ਗਿਆ। ਤੇ ਜਿਹੜੀਆਂ ਟਿਸ਼ੂ ਕਲਚਰ ਐਰੋਪੋਨਿਕ ਹੈ ਜਾਂ ਆਪਾਂ ਤੁਪਕਾ ਸਿੰਚਾਈ ਦੀ ਗੱਲ ਕੀਤੀ ਹੈ, ਇਹਨਾਂ ਦੀਆਂ ਆਪਾਂ ਤਕਨੀਕਾਂ ਬਾਰੇ ਜਾਣਕਾਰੀ ਲਈ ਸਿਖਲਾਈ ਕੋਰਸ ਵੱਖ-ਵੱਖ ਆਯੋਜਿਤ ਕਰਦੇ ਰਹਿੰਦੇ ਹਾਂ, ਜਿਹਦੇ 'ਚ ਜ਼ਿਮੀਂਦਾਰਾਂ ਨੂੰ ਜਾਣਕਾਰੀ ਇਹਨਾਂ ਤਕਨੀਕਾਂ ਦੀ ਦੇਈਦੀ ਹੈ। ਸੋ ਡਾਕਟਰ ਸਾਹਿਬ, ਬਹੁਤ ਵਧੀਆ ਉਪਰਾਲਾ ਤੁਹਾਡੇ ਸੈਂਟਰ ਦਾ ਔਰ ਬੜੀਆਂ ਅੱਛੀਆਂ ਸੇਵਾਵਾਂ ਤੁਸੀਂ ਕਿਸਾਨ ਵੀਰਾਂ ਨੂੰ ਦੇ ਰਹੇ ਹੋ, ਪਹੁੰਚ ਕਰ ਰਹੇ ਹੋ ਉਹਨਾਂ ਤੱਕ। ਸਵਾਲ ਤਾਂ ਬਹੁਤ ਨੇ ਪਰ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ। ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਵਡਮੁੱਲੀ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਕਿਸਾਨ ਵੀਰੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।